ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈਆਂ ਹੋਣ। ਆਪ ਜੀ ਨੂੰ ਗਿਆਤ ਹੋਏਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਭਾਰਤ ਵਰਸ਼ ਦੇ ਬਿਹਾਰ ਪ੍ਰਦੇਸ਼ ਦੇ ਪਟਨਾ ਸ਼ਹਿਰ 'ਚ ਹੋਇਆ ਸੀ, ਜਿਹਨੂੰ ਅੱਜ ਪਟਨਾ ਸਾਹਿਬ ਕਹਿੰਦੇ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਦ ਜਨਮ ਹੋਇਆ ਤਬ ਉਹਨਾਂ ਦੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਦੇ ਆਸਾਮ ਇਲਾਕੇ ਦੇ ਦੌਰੇ 'ਤੇ ਸੀ, ਜਦ ਉਹ ਗੁਰਮਤਿ ਗਿਆਨ ਦੇ ਪ੍ਰਚਾਰ ਲਈ ਉੱਥੇ ਗਏ ਹੋਏ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਗੁਜਰੀ ਦੀ ਕੋਖ ਤੋਂ ਉਹਨਾਂ ਨੇ ਇਸ ਜਗਤ 'ਚ ਪ੍ਰਕਾਸ਼ ਲਿਆ। ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਪਟਨਾ ਸਾਹਿਬ 'ਚ ਹੀ ਬੀਤਿਆ। ਪਿਤਾ ਦੇ ਵਾਪਸ ਆਉਣ ਤੋਂ ਬਾਅਦ ਪੂਰਾ ਪਰਿਵਾਰ ਪੰਜਾਬ ਆਨੰਦਪੁਰ ਸਾਹਿਬ ਚਲਾ ਗਿਆ। ਆਪ ਜੀ ਨੂੰ ਗਿਆਤ ਹੋਏਗਾ ਕਿ ਜਦ ਮੁਗਲਾਂ ਦੇ ਅਤਿਆਚਾਰ ਦੇ ਕਾਰਨ ਕਸ਼ਮੀਰ 'ਚ ਰਹਿਣ ਵਾਲੇ ਬ੍ਰਾਹਮਣਾਂ ਨੇ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਗੁਹਾਰ ਲਗਾਈ ਕਿ ਸਾਨੂੰ ਉਹਨਾਂ ਦੇ ਜ਼ੁਲਮ ਤੋਂ ਬਚਾਓ, ਤਾਂ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਦੀ ਉਮਰ ਸਿਰਫ 9 ਸਾਲ ਸੀ, ਤਦ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਕਿ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣੀ ਹੋਏਗੀ ਔਰ ਜਾਂ ਫਿਰ ਉਹਨਾਂ ਦਾ ਕਹਿਣਾ ਮੰਨਣਾ ਹੋਏਗਾ, ਅਰਥਾਤ ਇਸਲਾਮ ਨੂੰ ਧਾਰਨ ਕਰਨਾ ਹੋਏਗਾ। ਗੁਰੂ ਤੇਗ ਬਹਾਦਰ ਜੀ ਸਾਹਿਬ ਨੇ ਕੁਰਬਾਨੀ ਦੇਣੀ ਕਬੂਲ ਕੀਤੀ ਤੇ ਦਿੱਲੀ ਆ ਕੇ, ਜਿੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਹੈ, ਉੱਥੇ ਆਪ ਜੀ ਨੂੰ ਗਿਆਤ ਹੋਏਗਾ। ਉੱਥੇ ਆਣ ਕੇ ਜੋ ਮੁਗਲ ਸੀ ਉਹਨਾਂ ਨੇ ਉਹਨਾਂ ਦਾ ਸ਼ੀਸ਼ ਸਿਰ ਧੜ ਤੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਸੀ ਔਰ ਇਹ ਮਨਾਹੀ ਸੀ ਕਿ ਕੋਈ ਵੀ ਉਹਨਾਂ ਦਾ ਧੜ ਜਾਂ ਸ਼ੀਸ਼ ਅੰਤਿਮ ਸੰਸਕਾਰ ਲਈ ਚੁੱਕੇਗਾ ਨਹੀਂ ਸੀ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਦੇ ਭਗਤਾਂ ਨੇ ਉਹਨਾਂ ਦੇ ਸਰੀਰ, ਪਵਿੱਤਰ ਸਰੀਰ ਨੂੰ ਚੁੱਕ ਕੇ ਔਰ ਇੱਕ ਭਗਤ ਨੇ ਆਪਣੇ ਘਰ ਲੈ ਜਾ ਕੇ ਔਰ ਆਪਣੇ ਘਰ ਨੂੰ ਹੀ ਫੂਕ ਕੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ। ਔਰ ਦੂਸਰੇ ਭਗਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਲੈ ਕੇ ਔਰ ਬਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਪਟਨਾ ਸਾਹਿਬ ਲਿਆ ਕੇ ਉਹਨਾਂ ਨੂੰ ਸੁਪੁਰਦ ਕੀਤਾ। ਸੋਚਣ ਵਾਲੀ ਗੱਲ ਹੈ, ਇੰਨੀ ਘੱਟ ਉਮਰ ਦੇ ਵਿੱਚ ਆਪਣੇ ਪਿਤਾ ਦਾ ਸ਼ੀਸ਼ ਆਪਣੇ ਹੱਥਾਂ 'ਚ ਲੈਣਾ। ਇਹ ਸਾਹਿਬੇ ਕਮਾਲ ਸਰਵੰਸ਼ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੈਸੇ ਵਿਅਕਤੀ ਦਾ ਹੀ ਜਿਗਰਾ ਸੀ ਔਰ ਉਸ ਤੋਂ ਬਾਅਦ ਇੰਨੀ ਘੱਟ ਉਮਰ 'ਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਉਹਨਾਂ ਦੀ ਗੁਰਗੱਦੀ ਸੰਭਾਲੀ ਔਰ ਦਸਮ ਪਾਤਸ਼ਾਹ, ਦਸਵੇਂ ਗੁਰੂ ਕਹਿਲਾਏ। ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੀ ਉਮਰ ਕੁੱਲ 42 ਸਾਲ ਦੇ ਵਿੱਚ ਉਹ ਜਿੰਨੀ ਪ੍ਰਤਿਭਾ ਦੇ ਧਨੀ ਸੀ, ਐਸਾ ਵਿਅਕਤੀ ਅੱਜ ਤੱਕ ਇਸ ਧਰਤੀ ਤੇ ਨਹੀਂ ਹੋਇਆ। ਉਹ ਇੱਕ ਅੱਛੇ ਤੀਰਅੰਦਾਜ਼ ਸੀ, ਇੱਕ
अच्छे घुड़सवार सी, बाजा वाले एक अच्छे कवि, अच्छे विद्वान सी। तेगधारी तलवार ਦਾ ਉਪਯੋਗ ਕਰਨ ਲਈ ਉਹਨਾਂ ਕੋ ਵਿਲੱਖਣ ਪ੍ਰਤਿਭਾ ਸੀ। ਅਨੰਦਪੁਰ ਸਾਹਿਬ ਤੋਂ ਪਾਤਸ਼ਾਹ ਪੌਂਟਾ ਸਾਹਿਬ, ਜੋ ਚੰਡੀਗੜ੍ਹ ਤੋਂ ਸਿਰਫ 50 ਕਿਲੋਮੀਟਰ ਦੂਰ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ, ਉੱਥੇ ਚਲੇ ਗਏ। ਉੱਥੇ ਜਾਣ ਤੋਂ ਬਾਅਦ ਉਹਨਾਂ ਦੀ ਜੋ ਫਿਲਾਸਫੀ ਸੀ, ਉਹਨਾਂ ਦਾ ਜੋ ਕਹਿਣਾ ਸੀ ਕਿ ਹੁਣ ਜ਼ੋਰ ਜ਼ਬਰਦਸਤੀ ਮੁਗਲਾਂ ਦੀ ਔਰ ਮੁਸਲਮਾਨਾਂ ਦੀ ਇੰਨੀ ਜ਼ਿਆਦਾ ਹੈ ਕਿ ਹੁਣ ਸ਼ਸਤਰ ਔਰ ਸ਼ਾਸਤਰ ਦੋਨੋਂ ਕੰਮ ਆਉਣਗੇ। ਔਰ ਆਨੰਦ ਸਾਹਿਬ ਰਹਿ ਕੇ ਉਹਨਾਂ ਨੇ ਕਈ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ ਔਰ ਪੌਂਟਾ ਸਾਹਿਬ ਜਾ ਕੇ ਉਹਨਾਂ ਨੇ ਦੇਸ਼ ਦੇ ਵੱਡੇ ਵੱਡੇ ਕਵੀ ਔਰ ਵਿਦਵਾਨਾਂ ਨੂੰ ਆਮੰਤਰਿਤ ਕੀਤਾ ਔਰ ਆਪ ਖੁਦ ਬਹੁਤ ਸੇ ਸ਼ਾਸਤਰਾਂ ਦਾ ਅਨੁਵਾਦ ਕਰਾਇਆ ਔਰ ਉਸ ਦਾ ਗਿਆਨ ਪ੍ਰਾਪਤ ਕੀਤਾ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਾਲ ਦੇ ਵਿੱਚ ਹੀ ਔਰੰਗਜ਼ੇਬ ਸੀ, ਜੋ ਆਪਣੇ ਅਤਿਆਚਾਰ ਲਈ ਜਾਣਿਆ ਜਾਂਦਾ ਸੀ। ਔਰ ਇਸੇ ਟਾਈਮ ਤੇ ਕੁਝ ਪਹਾੜੀ ਰਾਜੇ ਵੀ ਸੀ, ਜੋ ਉਸ ਸਮੇਂ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੇ ਸਿੱਖ ਪੰਥ ਸਥਾਪਿਤ ਹੋ ਗਿਆ ਸੀ, ਸਿੱਖ ਧਰਮ ਸਥਾਪਿਤ ਹੋ ਗਿਆ ਸੀ। ਉਹਨਾਂ ਦੀ बढ़दी चढ़दी संख्या देख के, प्रभाव देख के वो भी ईर्ष्या करन लग पे सी। क्यों? क्योंकि सिख धर्म ने वो काम कीता सी जो उस तो पहलों ਚੱਲਣ ਵਾਲੇ ਇੱਥੇ ਹਿੰਦੂ ਧਰਮ ਦੇ ਵਿੱਚ ਨਹੀਂ ਸੀ, ਅਰਥਾਤ ਜਿਨ੍ਹਾਂ ਨੂੰ ਨਿਮਨ ਜਾਤੀ, ਦਲਿਤ, ਛੂਤ, ਨੀਚ ਨਾ ਜਾਣੇ ਕੀ ਕੀ ਕਿਹਾ ਜਾਂਦਾ ਸੀ, ਉਹਨਾਂ ਨੂੰ ਗਲ ਲਾਇਆ ਸੀ, ਉਹਨਾਂ ਨੂੰ ਅੱਗੇ ਵਧਾਇਆ ਸੀ, ਉਹਨਾਂ ਨੂੰ ਜੋ ਹੈ ਆਤਮ ਬਲ, ਸਰੀਰ ਬਲ ਦੇਣ ਦੀ ਸੋਚੀ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੂੰ ਉਦੋਂ ਮੁਗਲ ਦੇ ਔਰੰਗਜ਼ੇਬ ਔਰ ਪਹਾੜੀ ਰਾਜਿਆਂ ਨਾਲ ਮੁਕਾਬਲਾ ਕਰਨਾ ਹੋਇਆ। ਔਰ ਤੁਹਾਨੂੰ ਪਤਾ ਹੋਏਗਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ 'ਚ 14 ਯੁੱਧ ਜਿੱਤੇ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਸਰਵੰਸ਼ਦਾਨੀ ਕਹੇ ਜਾਂਦੇ ਆ। ਸਰਵੰਸ਼ਦਾਨੀ ਮਤਲਬ ਉਹਨਾਂ ਨੇ ਆਪਣਾ ਪੂਰਾ ਵੰਸ਼ ਤਿਆਗ ਦਿੱਤਾ ਸੀ, ਉਹ ਵੀ ਸਮੁੱਚੀ ਮਾਨਵਤਾ ਔਰ ਰਾਸ਼ਟਰ ਲਈ। ਕੋਈ ਆਪਣੇ ਰਾਜ ਲਈ ਨਹੀਂ, ਜਾਂ ਆਪਣਾ ਰਾਜ ਸਥਾਪਿਤ ਕਰਨ ਲਈ ਤੇ ਰਾਜੇ ਇੱਕ ਸੀਮਾ ਤੋਂ ਦੂਸਰੀ ਸੀਮਾ 'ਚ ਹਮਲਾ ਕਰਦੇ ਹੈ ਔਰ ਉਹਨਾਂ ਦਾ ਆਪਣਾ ਰਾਜ ਵਧਾਉਂਦੇ ਆ। ਲੇਕਿਨ ਇਹ ਪਹਿਲੇ ਰਾਜਾ ਸੀ, ਇਹ ਪਹਿਲੇ ਸਰਵੰਸ਼ਦਾਨੀ। ਇਹਨਾਂ ਨੇ ਆਪਣੇ ਪਿਤਾ ਦੀ ਸ਼ਹੀਦੀ ਦੇਖੀ। ਇਹਨਾਂ ਨੇ ਆਪਣੇ 4 ਸਾਹਿਬਜ਼ਾਦੇ ਬਾਲਕ ਜੋ ਮਾਤਰ 20 ਸਾਲ ਤੋਂ ਛੋਟੇ ਸੀ, ਉਹਨਾਂ ਦੀ ਸ਼ਹੀਦੀ ਦੇਖੀ। ਐਸਾ ਕੋਈ ਪਿਤਾ ਨਹੀਂ ਹੋਏਗਾ ਜੋ ਆਪਣੇ ਅਜੇ ਜਵਾਨ ਵੀ ਨਹੀਂ ਹੋਏ ਬੱਚਿਆਂ ਨੂੰ ਯੁੱਧ ਦੇ ਵਿੱਚ ਘੱਲਿਆ, ਸ਼ਹੀਦ ਹੁੰਦੇ ਹੋਏ ਦੇਖਿਆ। ਐਸਾ ਕੋਈ ਪਿਤਾ ਨਹੀਂ ਹੋਏਗਾ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ 8 ਸਾਲ ਤੇ 5 ਸਾਲ ਦੀ ਸ਼ਹਾਦਤ ਦੀ ਖਬਰ ਆਪਣੇ ਕੰਨੋਂ ਸੁਣੀ और ਕਿਹਾ कि 4 मुए तो क्या हुए, जीवित कई हजार। अर्थात मेरे 4 अगर दुनिया तो चले गए तो मेरे 1000 बच्चे, जो संसार के सारे बच्चे वो मेरे है। और अपनी माता जी दी शहीदी भी सुनी। ऐसे प्रतिभाशाली गुरु ਨੂੰ ਇਤਿਹਾਸਕਾਰ ਕਹਿੰਦੇ ਹਨ कि ऐसे व्यक्ति, ऐसे गुरु, ऐसे महात्मा
ਉਹਨਾਂ ਲਈ ਇੰਨੇ ਜ਼ਿਆਦਾ ਐਡਜੈਕਟਿਵ ਇਸਤੇਮਾਲ ਕੀਤੇ ਜਾਂਦੇ ਹਨ ਕਿ ਤੁਸੀਂ ਸੋਚ ਨਹੀਂ ਸਕਦੇ। ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੋਰ ਮਹਾਨਤਾ ਸੁਣੀਏ ਅਸੀਂ ਤੇ ਸਾਡੀ ਅੱਖਾਂ ਖੁੱਲ ਜਾਂਦੀਆਂ ਹਨ। ਉਹਨਾਂ ਨੇ ਇੱਕ ਜਗ੍ਹਾ ਲਿਖਿਆ ਸੀ ਕਿ ਮੇਰੇ ਜਾਣ ਤੋਂ ਬਾਅਦ ਅਗਰ ਕੋਈ ਮੇਰੀ ਮੂਰਤੀ ਪੂਜਾ ਹੁੰਦੀ ਹੈ ਤੇ ਉਹ ਵਿਅਕਤੀ ਨਰਕ ਜਾਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਹੈ ਉਹ ਨਿਰਾਕਾਰ ਪਰਮਾਤਮਾ ਦੇ ਸਾਕਾਰ ਰੂਪ ਚ ਆਉਣ ਦੀ ਇਹ ਜਿਹੜੀ ਸ਼੍ਰੰਖਲਾ ਸੀ, ਇਹ ਜਿਹੜੀ ਸੀਰੀਜ਼ ਸੀ, ਜੋ ਗੁਰੂ ਨਾਨਕ ਦੇਵ ਜੀ ਤੋਂ ਚੱਲ ਕੇ ਦੂਸਰੇ ਗੁਰੂ ਨਾਨਕ ਦੀ ਤੀਸਰੇ ਗੁਰੂ ਨਾਨਕ ਜੀ एवं 10वें ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਆਉਣ ਤੋਂ ਬਾਅਦ ਆਪਣੀ ਦੇਹ ਸਾਰਿਆਂ ਦੀ ਦੇਹਾਂ ਨੂੰ ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਪਿਤ ਕਰਕੇ ਔਰ ਉਹਨਾਂ ਦੇ ਸਾਹਮਣੇ ਮੱਥਾ ਟੇਕ ਕੇ, ਇਸ ਲਈ ਉਹਨਾਂ ਨੂੰ ਕਿਹਾ ਜਾਂਦਾ ਹੈ ਆਪੇ ਗੁਰੂ ਆਪੇ ਚੇਲਾ। ਗੁਰੂ ਗੋਬਿੰਦ ਸਿੰਘ ਜੀ ਸਾਹਿਬ ਅਗਰ ਨਹੀਂ ਹੁੰਦੇ ਤੇ ਅੱਜ ਹਿੰਦੁਸਤਾਨ ਆਪਣੀ ਹੋਂਦ ਯਾਨੀ ਅਸਤਿਤਵ ਚ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਅਗਰ ਨਹੀਂ ਹੁੰਦੇ ਤੇ ਅੱਜ ਜੋ ਵਰਣ ਵਿਵਸਥਾ, ਕਾਸਟ ਸਿਸਟਮ, ਕ੍ਰੀਡ ਜੋ ਉੱਚ ਜਾਤੀ ਨੇ ਬਣਾਇਆ ਸੀ, ਉਹ ਨਿਮਨ ਜਾਤੀ ਨੂੰ ਅੱਜ ਬਹੁਤ ਹੀ ਜ਼ੁਲਮਾਂ ਦੇ ਵਿੱਚ ਪਾ ਦਿੰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੰਡੇ ਬਾਂਟੇ ਦੀ ਪਹੁਲ ਅੰਮ੍ਰਿਤ ਛਕਾ ਕੇ, ਅੰਮ੍ਰਿਤ ਪਿਲਾ ਕੇ ਦਲਿਤਾਂ ਨੂੰ ਸ਼ੇਰ ਬਣਾਇਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਇੱਕ ਰਚਨਾ ਲਿਖੀ ਜੋ ਦਸਮ ਗ੍ਰੰਥ ਕਹਿਲਾਉਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਚਲਾਏ ਨਿਰਮਲ ਪੰਥ ਜਾਂ ਗੁਰੂ ਨਾਨਕ ਲੇਵਾ ਪੰਥ ਨੂੰ ਖਾਲਸਾ ਪੰਥ ਦਾ ਨਾਂ ਦੇ ਕੇ, ਔਰ ਉਸ ਵੇਲੇ ਉਹਨਾਂ ਨੇ ਖਾਲਸਾ ਦਾ ਅਰਥ ਹੈ ਸ਼ੁੱਧ, ਖਾਲਿਸ। ਗੁਰੂ ਗੋਬਿੰਦ ਸਿੰਘ ਸਾਹਿਬ ਬਚਪਨ ਤੋਂ ਲੈ ਕੇ ਗੁਰੂ ਗੋਬਿੰਦ ਰਾਏ ਕਹਿਲਾਉਂਦੇ ਸੀ ਔਰ ਖਾਲਸਾ ਪੰਥ ਸਥਾਪਿਤ ਹੋਣ ਤੋਂ ਬਾਅਦ ਇਹ ਰਹਿਤ ਮਰਿਆਦਾ, ਇਹ ਕੰਡਕਟ ਬਣਾਇਆ ਗਿਆ ਕਿ ਹਰ ਸਿੱਖ ਆਪਣੇ ਨਾਂ ਦੇ ਨਾਲ ਸਿੰਹ ਲਗਾਏਗਾ ਔਰ ਤਦ ਉਹ ਕਹਿਲਾਏ ਸੀ ਗੁਰੂ ਗੋਬਿੰਦ ਸਿੰਘ ਸਾਹਿਬ। ਆਪ ਸਭ ਨੂੰ ਇੱਕ ਵਾਰੀ ਫਿਰ ਤੋਂ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।